ਡੀਅਰ ਸਟੂਡੈਂਟ, ਇਸ ਤੋਂ ਪਹਿਲੇ ਵਾਲੇ ਲੈਕਚਰ ਦੇ ਵਿੱਚ ਆਪਾਂ ਸਟਾਰਟ ਕੀਤਾ ਸੀਗਾ ਕੰਟੀਨਿਊਟੀ ਐਂਡ ਡਿਫਰੈਂਸ਼ੀਏਬਿਲਿਟੀ। ਇਹ ਵਾਲਾ ਚੈਪਟਰ ਆਪਾਂ ਸਟਾਰਟ ਕੀਤਾ ਸੀਗਾ ਤੇ ਕੰਟੀਨਿਊਟੀ ਹੁੰਦੀ ਕੀ ਹੈ ਉਹਦੇ ਕਨਸੈਪਟ ਆਪਾਂ ਡਿਸਕਸ ਕਰ ਲਏ ਸੀਗੇ, ਤਾਂ ਕੁਝ ਕੁਐਸਚਨਸ ਵੀ ਆਪਾਂ ਡਿਸਕਸ ਕੀਤੇ ਸੀਗੇ। ਅੱਜ ਜਿਹੜਾ ਹੈਗਾ ਆਪਾਂ ਕੁਝ ਐਗਜ਼ਾਮਪਲਸ ਕਰਾਂਗੇ ਜੋ ਕਿ ਕੰਟੀਨਿਊਟੀ ਦੇ ਰਿਲੇਟਡ ਹੈਗੇ ਨੇ, ਬਟ ਥੀਸ ਆਰ ਵੈਰੀ ਇੰਪੋਰਟੈਂਟ ਟੂ ਕਲੀਅਰ ਦਾ ਕਨਸੈਪਟ, ਕਿਉਂਕਿ ਜਿੰਨੀ ਦੇਰ ਆਪਣਾ ਕਨਸੈਪਟ ਕਲੀਅਰ ਨਹੀਂ ਹੁੰਦਾ ਉਨੀ ਦੇਰ ਤੱਕ ਆਪਾਂ ਨੂੰ ਉਸ ਦਾ ਡਾਊਟ ਵੀ ਬਣੇ ਰਹਿੰਦਾ ਹੈ ਤੇ ਆਪਾਂ ਨੂੰ ਪ੍ਰੋਬਲਮ ਵੀ ਆਉਂਦੀ ਹੈ। ਤਾਂ ਮੇਨਲੀ ਕੀ ਹੈ ਕਿ ਉਹ ਜਿਹੜੇ ਆਪਣੇ ਬੇਸਿਕ ਕਨਸੈਪਟ ਜਿਹੜੇ ਆਪਾਂ ਨੂੰ ਚਾਹੀਦੇ ਨੇ, ਜਾਂ ਜੋ ਡਿਫਰੈਂਟ ਪ੍ਰਕਾਰ ਦੇ ਫੰਕਸ਼ਨ ਇੱਥੇ ਜਿਹੜੇ ਪ੍ਰੈਜ਼ੈਂਟ ਕੀਤੇ ਹੋਏ ਨੇ ਉਹਨਾਂ ਦੇ ਕੇਸ ਦੇ ਵਿੱਚ ਆਪਾਂ ਜੋ ਕੰਟੀਨਿਊਟੀ ਹੈ ਕਿਵੇਂ ਚੈੱਕ ਕਰਨੇ ਹਾਂ। ਠੀਕ, ਤਾਂ ਤੁਸੀਂ ਇੱਥੇ ਦੇਖ ਪਾ ਰਹੇ ਹੋ, ਦਿਸ ਇਜ਼ ਐਗਜ਼ਾਮਪਲ ਨੰਬਰ 10 ਇਨ ਯੂਰ ਬੁੱਕ। ਠੀਕ ਹੈ, ਤੁਹਾਡੀ ਕਿਤਾਬ ਦੇ ਵਿੱਚ ਜਿਹੜਾ ਪੇਜ ਨੰਬਰ ਹੈਗਾ 153, ਜੋ 10th ਨੰਬਰ ਐਗਜ਼ਾਮਪਲ ਹੈਗੀ ਹੈ, ਇਹ ਆਪਾਂ ਡਿਸਕਸ ਕਰਨੇ ਹਾਂ। ਠੀਕ, ਤਾਂ ਤੁਸੀਂ ਦੇਖ ਪਾ ਰਹੇ ਹੋ ਕਿ fx is equal to x plus 2 if we have fx is equal to x plus 2 if x is less than and equal to 1, and x minus 2 if x is greater than 1। ਤਾਂ ਜਦੋਂ ਆਪਣੇ ਕੋਲ ਫੰਕਸ਼ਨ ਦੇ ਵਿੱਚ ਇਸ ਪ੍ਰਕਾਰ ਦੇ ਕੋਈ ਵੇਰੀਏਬਲ ਦੀ ਕੰਡੀਸ਼ਨ ਆਉਂਦੀ ਹੈ ਜਿੱਥੇ ਉਹ ਕਿਸੇ ਨੰਬਰ ਤੋਂ ਲੈਸ ਦੈਨ ਜਾਂ ਗ੍ਰੇਟਰ ਦੈਨ ਹੈਗਾ, ਇਸ ਦਾ ਮਤਲਬ ਕੀ ਹੈ ਕਿ ਉਸ ਦੇ ਵਿੱਚ ਉਹ ਆਪਣੇ ਕੋਲ ਫੰਕਸ਼ਨ ਦੋ ਇੰਟਰਵਲ ਦੇ ਵਿੱਚ ਉਹ ਡਿਵਾਈਡ ਹੋ ਗਿਆ। ਫੰਕਸ਼ਨ ਦਾ ਆਪਣੇ ਕੋਲ ਇੱਕੋ ਹੀ ਹੈਗਾ, ਬਟ ਇਸ ਦੇ ਜਿਹੜੇ ਇੰਟਰਵਲ ਹੈਗੇ ਨੇ, ਇੱਕ ਤਾਂ ਹੋ ਗਿਆ ਆਪਣੇ ਕੋਲ -∞ ਤੋਂ ਲੈ ਕੇ 1 ਤੱਕ, ਦੂਸਰਾ ਹੋ ਗਿਆ 1 ਤੋਂ ਲੈ ਕੇ ਇਨਫਿਨਿਟੀ ਤੱਕ। ਤਾਂ ਜਿਹੜੇ ਦੋ ਇੰਟਰਵਲ ਬਣਦੇ ਨੇ ਉਹਨਾਂ ਦੇ ਵਿੱਚ ਕੀ ਹੈ, ਇੱਕ ਦੇ ਵਿੱਚ ਤਾਂ 1 ਆਉਂਦਾ ਹੈ, ਦੂਸਰੇ ਦੇ ਵਿੱਚ 1 ਨਹੀਂ ਆ ਰਿਹਾ। ਜਿਵੇਂ ਆਪਣੇ ਕੋਲ ਆ ਇੱਕ ਲਾਈਨ ਹੋ ਗਈ ਹੈ ਨਾ, ਤਾਂ ਜਿੰਨਾ ਤੁਸੀਂ ਕਨਸੈਪਟ ਨੂੰ ਕਲੀਅਰ ਕਰ ਲਓਗੇ ਉਨੀਆਂ ਹੀ ਫਿਰ ਆਪਾਂ ਨੂੰ ਪ੍ਰੋਬਲਮਸ ਘੱਟ ਆਉਂਦੀਆਂ ਨੇ। ਜਿਵੇਂ ਆ ਆਪਣੇ ਕੋਲ ਇੱਕ ਪੁਆਇੰਟ ਹੈਗਾ, ਦਿਸ ਇਜ਼ x ਇਜ਼ ਇਕੁਅਲ ਟੂ 1, ਤਾਂ ਇੱਕ ਤਾਂ ਆਪਣੇ ਕੋਲ ਇੰਟਰਵਲ ਆ ਹੈਗਾ, ਆ ਇੰਟਰਵਲ ਕਿਹੜਾ ਬਣ ਜਾਏਗਾ, ਫਾਰ x ਇਜ਼ ਲੈਸ ਦੈਨ ਐਂਡ ਇਕੁਅਲ ਟੂ 1 ਵਾਸਤੇ। ठीक है ना, 0 -∞ इज लैस दैन एंड इक्वल टू x लैस दैन एंड इक्वल टू 1। आ अपने को इधर इनफिनिटी है तो आप 1 हो गया। दूसरा जिहड़ा है अपने को x इज ग्रेटर दैन 1, वो अपने को आ वाला बनता है, ये हो जाऊगा 1 लैस दैन x लैस दैन इनफिनिटी। ਇੱਥੇ ਵੀ ਇਕੱਲਾ ਲੈਸ ਦੇਨ ਆਊਗਾ ਕਿਉਂਕਿ x ਇਨਫਿਨਿਟੀ ਦੇ ਇਕੁਅਲ ਹੋ ਹੀ ਨਹੀਂ ਸਕਦਾ। ਤਾਂ ਹੁਣ ਕੀ ਹੈ ਕਿ ਜਦੋਂ ਆਪਾਂ ਇਸ ਦੀ ਲੈਂਦੇ ਹਾਂ ਲੈਫਟ ਲਿਮਿਟ, ਤਾਂ ਇਸ ਦਾ ਮਤਲਬ ਹੋਏਗਾ ਕਿ x ਜਿਹੜਾ ਹੈਗਾ ਉਹ ਆਪਣਾ ਇੱਥੇ ਹੈਗਾ ਤੇ ਇੱਧਰ ਨੂੰ ਜਾ ਰਿਹਾ ਹੈ। ਓਕੇ, ਤਾਂ ਲੈਫਟ ਲਿਮਿਟ ਕੀ ਬਣੂਗੀ ਆਪਣੇ ਕੋਲ, ਲਿਮਿਟ x ਅਪਰੋਚਸ ਟੂ 1 fx ਇਜ਼ ਇਕੁਅਲ ਟੂ ਲਿਮਿਟ x ਅਪਰੋਚਸ ਟੂ 1 fx ਕਿੰਨਾ ਬਣੇਗਾ, ਫਿਰ ਆਪਣੇ ਕੋਲ ਆ ਬਣੇਗਾ। ਜਦੋਂ x ਆਪਣੇ ਕੋਲ ਲੈਸ ਦੈਨ 1 ਹੈਗਾ ਤਾਂ fx ਆਪਣੇ ਕੋਲ ਆ ਵਾਲਾ ਬਣੇਗਾ। ਇਹ ਵੈਲਿਊ ਆਪਾਂ ਇੱਥੇ ਪੁੱਟ ਕਰ ਦਾਂਗੇ, ਤਾਂ ਇੱਥੇ ਆਪਾਂ ਫੰਕਸ਼ਨ ਦੀ ਵੈਲਿਊ x ਦੀ ਲਿਮਿਟ ਜਿਹੜੀ ਹੈਗੀ ਹੈ ਉਹ ਆਪਾਂ ਇੱਥੇ ਪੁੱਟ ਕਰ ਦਿੰਦੇ ਹਾਂ, ਇਜ਼ ਇਕੁਅਲ ਟੂ ਕਿੰਨਾ ਆ ਗਿਆ ਆਪਣੇ ਕੋਲ 3 ਆ ਜਾਏਗਾ। ਐਵੇਂ ਹੀ ਕੀ ਹੈ ਕਿ ਜਦੋਂ ਆਪਣੇ ਕੋਲ ਲੈਂਦੇ ਹਾਂ ਰਾਈਟ ਲਿਮਿਟ, x ਆਪਣੇ ਕੋਲ ਇਸ ਪੁਆਇੰਟ ਤੇ ਹੈਗਾ, ਆਪਣੇ ਕੋਲ ਇੱਧਰੋਂ ਅਪਰੋਚ ਕਰ ਰਿਹਾ, ਤਾਂ ਉਹ ਕੀ ਬਣ ਜੂਗੀ ਆਪਣੇ ਕੋਲ ਰਾਈਟ ਲਿਮਿਟ ਬਣ ਜਾਊਗੀ, ਲਿਮਿਟ x ਅਪਰੋਚਸ ਟੂ 1 ਫਰੋਮ ਰਾਈਟ ਸਾਈਡ fx ਲਿਮਿਟ x ਅਪਰੋਚਸ ਟੂ 1। ਹੁਣ ਕੀ ਹੈ ਕਿ ਫੰਕਸ਼ਨ ਦੀ ਵੈਲਿਊ ਆਪਣੇ ਕੋਲ ਬਣਦੀ ਹੈ x - 2, ਇੱਥੇ ਆਪਾਂ 1 ਪੁੱਟ ਕਰਾਂਗੇ ਤਾਂ ਉਹ ਇਜ਼ ਇਕੁਅਲ ਟੂ ਆਪਣੇ ਕੋਲ -1 ਆ ਜਾਏਗਾ। ਤੇ ਇੱਕ ਇਸ ਵਿੱਚ ਆਉਂਦਾ ਹੈ ਫੰਕਸ਼ਨ ਵੈਲਿਊ, ਉਹਦੇ ਵਿੱਚ ਕੀ ਹੈ ਕਿ ਆਪਾਂ ਸਿੱਧਾ ਹੀ x ਇਜ਼ ਇਕੁਅਲ ਟੂ 1 ਆਪਾਂ ਪੁੱਟ ਕਰਾਂਗੇ, x ਇਜ਼ ਇਕੁਅਲ ਟੂ 1 ਪੁੱਟ ਕਰਨੇ ਆ ਫੰਕਸ਼ਨ ਦੇ ਵਿੱਚ, ਤਾਂ ਉਹ ਆਪਣੇ ਕੋਲ x ਇਕੁਅਲ ਟੂ 1 ਇਕੱਲਾ ਇੱਥੇ ਆਉਂਦਾ ਹੈ, x ਇਜ਼ ਇਕੁਅਲ ਟੂ 1 ਜਿਹੜਾ ਹੈ ਉਹ ਆਪਣੇ ਕੋਲ ਇਸ ਵਿੱਚ ਆ ਰਿਹਾ। ਠੀਕ, ਤਾਂ ਕਿੰਨਾ ਹੋ ਜਾਊਗਾ ਆਪਣੇ ਕੋਲ
1 + 2 = 3। ਹੁਣ ਇਹ ਆਪਣੇ ਕੋਲ 1 ਨੰਬਰ ਹੈਗਾ, ਇਹ ਆਪਣੇ ਕੋਲ 2 ਨੰਬਰ ਹੈਗਾ ਤੇ ਇਹ ਆਪਣੇ ਕੋਲ 3 ਨੰਬਰ ਹੈ। ਹੁਣ ਤਿੰਨਾਂ ਨੂੰ ਜੇ ਆਪਾਂ ਓਬਜ਼ਰਵ ਕਰੀਏ, ਆਹ 3 ਹੈਗਾ ਤੇ ਆ ਵੀ 3 ਹੈਗਾ, ਇਹ ਦੋਨੋਂ ਤਾਂ ਆਪਣੇ ਕੋਲ ਇਕੁਅਲ ਬਣਦੇ ਨੇ, ਲੇਕਿਨ ਇਹ ਆਪਣੇ ਕੋਲ -2 ਆ ਗਿਆ, ਇਹ -2 ਜਿਹੜਾ ਹੈਗਾ ਉਹ ਆਪਣੇ ਕੋਲ ਬਾਕੀਆਂ ਦੇ ਇਕੁਅਲ ਨਹੀਂ ਬਣਦਾ। ਤਾਂ ਇੱਥੇ ਕੀ ਹੈ, ਆਪਣੇ ਕੋਲ ਲੈਫਟ ਲਿਮਿਟ ਅਤੇ ਰਾਈਟ ਲਿਮਿਟ ਦੋਨੋਂ ਹੀ ਆਪਣੇ ਕੋਲ ਇਕੁਅਲ ਨਹੀਂ ਹੈ। ਲਿਮਿਟ x approaches to 1 f(x) not equal to limit x approaches to 1 f(x), ਠੀਕ ਹੈ ਨਾ। ਲੈਫਟ ਲਿਮਿਟ ਅਤੇ ਰਾਈਟ ਲਿਮਿਟ ਦੋਨੋਂ ਆਪਣੇ ਕੋਲ ਇਕੁਅਲ ਨਹੀਂ ਹੈ, ਇਸ ਕਰਕੇ ਆ ਜਿਹੜਾ ਫੰਕਸ਼ਨ ਹੋਏਗਾ ਇਹ ਆਪਣੇ ਕੋਲ ਕੰਟੀਨਿਊਸ ਨਹੀਂ ਹੋਏਗਾ। f(x) is not continuous, ਕਿਉਂਕਿ ਕੰਟੀਨਿਊਟੀ ਵਾਸਤੇ ਲੈਫਟ ਲਿਮਿਟ, ਰਾਈਟ ਲਿਮਿਟ ਅਤੇ ਫੰਕਸ਼ਨ ਵੈਲਿਊ ਇਹ ਸਾਰੇ ਆਪਣੇ ਕੋਲ ਇਕੁਅਲ ਹੋਣੇ ਚਾਹੀਦੇ ਨੇ, ਠੀਕ ਹੈ ਨਾ, ਤਾਂ ਉਹ ਆਪਣੇ ਕੋਲ ਕੰਟੀਨਿਊਸ ਹੋਏਗਾ, ਅਦਰਵਾਈਜ਼ ਕੰਟੀਨਿਊਸ ਨਹੀਂ ਹੋਏਗਾ। ਤੇ ਇੱਥੇ ਆਪਣੇ ਕੋਲ ਕੀ ਹੋ ਗਿਆ, ਲੈਫਟ ਲਿਮਿਟ ਅਤੇ ਰਾਈਟ ਲਿਮਿਟ ਜਿਹੜੇ ਹੈਗੇ ਨੇ ਉਹ ਦੋਨੋਂ ਹੀ ਆਪਣੇ ਕੋਲ ਇਕੁਅਲ ਨਹੀਂ ਆਏ, ਇਸ ਕਰਕੇ ਇਹ ਫੰਕਸ਼ਨ ਆਪਣੇ ਕੋਲ ਕੰਟੀਨਿਊਸ ਨਹੀਂ ਹੈ। ਜਿਵੇਂ ਕਿ ਤੁਸੀਂ ਇੱਥੇ ਗ੍ਰਾਫ ਜਿਹੜਾ ਹੈਗਾ ਉਹ ਗ੍ਰਾਫ ਦੇ ਵਿੱਚ ਵੀ ਦੇਖ ਸਕਦੇ ਹੋ, ਇਹ ਆਪਣੇ ਕੋਲ ਇਹਨਾਂ ਦਾ ਗ੍ਰਾਫ ਜਿਹੜਾ ਹੈ ਇੱਥੇ ਦਿੱਤਾ ਹੋਇਆ ਐਂਡ ਵੀ ਕੈਨ ਸੀ। ਦੇਖੋ ਜਿਹੜਾ ਹੈਗਾ ਆਪਣੇ ਕੋਲ x+2 ਵਾਲਾ ਉਹ ਤਾਂ ਆਪਣੇ ਕੋਲ ਗ੍ਰਾਫ ਆ ਬਣੂਗਾ, ਜਦੋਂ 1 ਹੈਗਾ ਤਾਂ ਉਹ ਆਪਣੇ ਕੋਲ ਜਿਹੜਾ ਉੱਪਰ ਦੇਖੀਏ ਆ ਰਿਹਾ, ਇਹ ਵਾਲੀ ਐਗਜ਼ਾਮਪਲ ਸੀ ਤੁਹਾਡੇ ਕੋਲ ਹੈ ਨਾ। ਤੇ ਜਦੋਂ x = 1 ਹੈ ਤਾਂ y = 3 ਬਣ ਗਿਆ, ਆਪਾਂ ਨੂੰ ਆਹ ਵਾਲਾ ਪੁਆਇੰਟ ਆ ਗਿਆ। ਤੇ ਇਹਦੇ ਵਿੱਚ ਕੀ ਹੈ ਕਿ x = 1 ਦੇ ਉੱਪਰ ਤਾਂ ਆਪਾਂ ਨੂੰ ਆ ਹੀ ਨਹੀਂ ਰਿਹਾ, ਠੀਕ ਹੈ। ਤੇ ਨੰਬਰ 2 ਉੱਤੇ ਕੀ ਹੈ ਕਿ ਆ ਪਹਿਲੇ ਵਾਲੇ ਦਾ ਗ੍ਰਾਫ ਹੈਗਾ, ਆ ਦੂਜੇ ਵਾਲੇ ਦਾ ਗ੍ਰਾਫ ਹੈਗਾ, ਤਾਂ ਦੋਨੋਂ ਆਪਣੇ ਕੋਲ ਵਿਚਕਾਰ ਆ ਇਹਨਾਂ ਗੈਪ ਆ ਗਿਆ ਨਾ, ਬ੍ਰੇਕ ਹੋ ਗਿਆ। ਇਹ ਪੁਆਇੰਟ ਜਿਹੜਾ ਹੈ ਨਾ, ਜਿਹੜਾ ਬ੍ਰੇਕਿੰਗ, ਇਹ ਦੋਨੋਂ ਆਪਸ ਦੇ ਵਿੱਚ ਜੁੜਨੇ ਚਾਹੀਦੇ ਨੇ, ਜੋ ਕਿ ਇੱਥੇ ਨਹੀਂ ਜੁੜ ਰਹੇ, ਇਸ ਕਰਕੇ ਇਹ ਫੰਕਸ਼ਨ ਜਿਹੜਾ ਹੈ ਬ੍ਰੇਕ ਆ ਗਿਆ ਗ੍ਰਾਫ ਦੇ ਵਿੱਚ, ਤਾਂ ਡਿਸਕੰਟੀਨਿਊਸ ਹੈ। ਸਿੰਪਲ ਜੀ ਗੱਲ। ਐਵੇਂ ਹੀ ਕੀ ਹੈ ਕਿ ਆਪਣੇ ਕੋਲ ਜਿਹੜੀ ਨੈਕਸਟ ਐਗਜ਼ਾਮਪਲ ਹੈਗੀ ਹੈ 11th ਐਗਜ਼ਾਮਪਲ ਤੁਸੀਂ ਇੱਥੇ ਦੇਖ ਪਾ ਰਹੇ ਹੋ, ਇਹ ਵੀ ਕੀ ਹੈ ਕਿ ਹੈ ਤਾਂ ਉਸ ਦੇ ਨਾਲ ਦੀ ਥੋੜ੍ਹਾ ਜਿਹਾ ਡਿਫਰੈਂਸ ਹੈਗਾ ਇਹਦੇ ਵਿੱਚ। ਇੱਥੇ ਆਪਣੇ ਕੋਲ ਹੈਗਾ ਕਿ f(x) is equal to x+2 when x is less than 1, 0 when x is equal to 1 and x is greater than 1 ਹੈਗਾ, ਤਾਂ x-2 ਹੈਗਾ। ਤਾਂ ਇੱਥੇ ਵੀ ਮੇਨ ਆਪਾਂ ਨੂੰ ਸਮੱਸਿਆ ਕੀ ਆ ਰਹੀ ਹੈ, ਆਪਾਂ ਜਿਵੇਂ ਉੱਪਰ ਨਿਕਾਲਿਆ ਸੀਗਾ ਲੈਫਟ ਲਿਮਿਟ, ਠੀਕ ਹੈ ਨਾ, ਕਿੰਨੀ ਬਣਦੀ ਹੈ 3 ਆ ਰਹੀ ਹੈ। ਤੇ ਜੇ ਤੁਸੀਂ ਰਾਈਟ ਲਿਮਿਟ ਲੈਂਦੇ ਹੋ ਤਾਂ ਉਹ ਆਪਣੇ ਕੋਲ ਆ ਰਾਈਟ ਲਿਮਿਟ ਹੋ ਗਈ, ਫੰਕਸ਼ਨ ਦੀ ਵੈਲਿਊ ਪੁੱਟ ਕਰਤੀ x-2 ਆ ਵਾਲੀ ਹੈ ਨਾ, ਕਿਉਂਕਿ ਜਦੋਂ x ਅਪਰੋਚ ਕਰਦਾ ਹੈ ਜਦੋਂ x ਅਪਰੋਚ ਕਰਦਾ ਹੈ ਰਾਈਟ ਸਾਈਡ ਤੋਂ, ਠੀਕ ਹੈ ਨਾ, ਤਾਂ ਉਸ ਕੇਸ ਦੇ ਵਿੱਚ ਕੀ ਹੈ ਕਿ ਆਪਣੇ ਕੋਲ ਫੰਕਸ਼ਨ ਦੀ ਵੈਲਿਊ ਕਿੰਨੀ ਹੈ x-2, ਤੇ ਲੈਫਟ ਸਾਈਡ ਤੋਂ ਅਪਰੋਚ ਕਰਦਾ ਹੈ ਤਾਂ ਉਸ ਕੇਸ ਦੇ ਵਿੱਚ x+2। ਤਾਂ ਦੋਨੋਂ ਆਪਣੇ ਕੋਲ ਵੈਲਿਊਜ਼ ਜਿਹੜੇ ਹੈਗੇ ਨੇ ਉਹ ਆ 3 ਆ ਰਹੀ ਹੈ ਤੇ ਇਹ -1 ਆ ਰਹੀ ਹੈ। ਤੇ ਫੰਕਸ਼ਨ ਵੈਲਿਊ ਜੇ ਤੁਸੀਂ ਨਿਕਾਲਣੀ ਹੋਵੇ ਤਾਂ ਜਦੋਂ ਆਪਣੇ ਕੋਲ x = 1 ਹੈਗਾ ਤਾਂ ਫੰਕਸ਼ਨ ਦੀ ਵੈਲਿਊ ਕਿੰਨੀ ਬਣਦੀ ਹੈ, ਉਹ 0 ਬਣਦੀ ਹੈ, ਠੀਕ। ਤਾਂ ਇਹ ਜਿਹੜੀਆਂ ਲੈਫਟ ਲਿਮਿਟ ਅਤੇ ਰਾਈਟ ਲਿਮਿਟ ਜਿਹੜੀ ਹੈਗੀਆਂ ਨੇ ਇਹ ਆਪਣੇ ਕੋਲ ਦੋਨੋਂ ਹੀ ਇਕੁਅਲ ਨਹੀਂ ਆ ਰਹੀਆਂ। ਜੇ ਦੋਨੋਂ ਹੀ ਇਕੁਅਲ ਨਹੀਂ ਹੈਗੀਆਂ, ਕਿਉਂਕਿ ਕੋਇਨਸਾਈਡ ਕਰਨੀ ਚਾਹੀਦੀ ਹੈ, ਦੋਨੋਂ ਇਕੁਅਲ ਹੋਣੀ ਚਾਹੀਦੀਆਂ ਨੇ, ਉਸ ਕੇਸ ਦੇ ਵਿੱਚ ਜਿਹੜਾ ਹੈ ਫੰਕਸ਼ਨ ਆਪਣੇ ਕੋਲ ਕੰਟੀਨਿਊਸ ਬਣੇਗਾ at the point x = 1, but this is not continuous at the point x = 1, ਕਿਉਂਕਿ ਦੋਨੋਂ ਆਪਣੇ ਕੋਲ ਇਕੁਅਲ ਨਹੀਂ ਆਈਆਂ। ਆ ਵੀ ਆਪਣੇ ਕੋਲ ਇਹਦੇ ਵਿੱਚ ਕੀ ਹੈਗਾ, ਇਹਦੇ ਵਿੱਚ ਸੇਮ ਸਮੱਸਿਆ ਆਊਗੀ। ਇਹਦੀ ਸਮੱਸਿਆ ਕੀ ਆਊਗੀ, ਹੁਣ ਇੱਥੇ ਜੇ ਤੁਸੀਂ ਲੈਫਟ ਲਿਮਿਟ ਲੈਂਦੇ ਹੋ, ਲਿਮਿਟ x approaches to 2 from left side f(x), ਤਾਂ ਕੀ ਬਣੇਗਾ, is equal to ਲਿਮਿਟ x approaches to 2 from left side, ਆ ਵਾਲੀ ਵੈਲਿਊ ਲਵਾਂਗੇ ਆਪਾਂ x+2, ਸੌਰੀ ਇੱਥੇ 0 ਹੈਗਾ, ਸੌਰੀ ਇੱਥੇ ਪੁਆਇੰਟ ਜਿਹੜਾ ਹੈਗਾ ਆਪਾਂ 0 ਲੈਣਾ ਹੈ, ਤੇ ਜਦੋਂ ਆਪਾਂ ਇੱਥੇ 0 ਪੁੱਟ ਕਰਾਂਗੇ ਤਾਂ ਕਿੰਨਾ ਆ ਗਿਆ ਆਪਣੇ ਕੋਲ 2 ਆਏਗਾ। ਐਵੇਂ ਜਿਹੜੀ ਸੈਕਿੰਡ ਵਾਲੀ ਵੈਲਿਊ ਹੈਗੀ ਹੈ, ਜਦੋਂ ਆਪਾਂ ਲੈਂਦੇ ਹਾਂ ਲਿਮਿਟ x approaches to 0 from right side,
तो इसका मतलब की होएगा x अप्रोच टू 0 माइनस एक्स प्लस 2 आ कितना आ जाऊगा आ भी अपने को 2 हो गया। ਹੁਣ ਲੈਫਟ ਲਿਮਿਟ ਅਤੇ ਰਾਈਟ ਲਿਮਿਟ ਜਿਹੜੇ ਹੈਗੇ ਨੇ ਦੋਨੋਂ ਹੀ ਆਪਣੇ ਕੋਲ ਇਕੁਅਲ ਆ ਰਹੀਆਂ ਨੇ। ਲਿਮਿਟ x ਅਪਰੋਚਸ ਟੂ 2 ਫਰੋਮ ਲੈਫਟ ਸਾਈਡ ਇਜ਼ ਇਕੁਅਲ ਟੂ ਲਿਮਿਟ x ਅਪਰੋਚਸ ਟੂ ਫਰੋਮ ਰਾਈਟ ਸਾਈਡ, ਦੋਨੋਂ ਹੀ ਆਪਣੇ ਕੋਲ ਇਕੁਅਲ ਆਈਆਂ। ਠੀਕ, ਇਕੁਅਲ ਤਾਂ ਆਈਆਂ, ਲੇਕਿਨ ਇੱਥੇ ਇੱਕ ਸਮੱਸਿਆ ਹੈਗੀ ਹੈ, ਵੇਅਰ ਇਜ਼ ਫੰਕਸ਼ਨ ਵੈਲਿਊ। ਫੰਕਸ਼ਨ ਵੈਲਿਊ ਕਿੱਥੇ ਜਾਊਗੀ? ਜਦੋਂ x ਇਕੁਅਲ ਟੂ 0 ਹੈਗਾ ਤਾਂ ਫੰਕਸ਼ਨ ਦੀ ਵੈਲਿਊ ਕਿੰਨੀ ਬਣਦੀ ਹੈ? ਉਹ ਆਪਣੇ ਕੋਲ ਐਗਜ਼ਿਸਟ ਨਹੀਂ ਕਰਦੀ, ਇਸ ਫੰਕਸ਼ਨ ਦੇ ਵਿੱਚ ਡਿਫਾਈਨਡ ਹੀ ਨਹੀਂ ਹੈ। ਤਾਂ ਤਿੰਨੋਂ ਚੀਜ਼ਾਂ ਜਿਹੜੇ ਹੈਗੇ ਨੇ ਲੈਫਟ ਲਿਮਿਟ, ਰਾਈਟ ਲਿਮਿਟ ਅਤੇ ਫੰਕਸ਼ਨ ਵੈਲਿਊ ਤਿੰਨੋਂ ਹੀ ਆਪਣੇ ਕੋਲ ਜਦੋਂ ਇਕੁਅਲ ਹੋਣਗੇ ਉਦੋਂ ਹੀ ਇਹ ਫੰਕਸ਼ਨ ਆਪਣੇ ਕੋਲ ਕੰਟੀਨਿਊਸ ਹੋਏਗਾ। ਬਟ ਦਿਸ ਫੰਕਸ਼ਨ ਇਜ਼ ਨੋਟ ਕੰਟੀਨਿਊਸ, ਦਿਸ ਇਜ਼ ਡਿਸਕੰਟੀਨਿਊਸ ਐਟ ਦਾ ਪੁਆਇੰਟ 0। ਜੇ ਤੁਸੀਂ ਗ੍ਰਾਫ ਦੇ ਵਿੱਚ ਦੇਖਦੇ ਹੋ, ਇੱਕ ਤਾਂ ਗ੍ਰਾਫ ਜਿਹੜਾ ਹੈ ਆਪਣੇ ਕੋਲ ਜਿਹੜਾ ਹੈ ਮਾਈਨਸ ਐਕਸ ਪਲਸ 2 ਵਾਲਾ, ਉਹ ਤਾਂ ਆਪਣੇ ਕੋਲ ਇਹ ਬਣ ਗਿਆ। ਠੀਕ ਹੈ, ਤੇ ਜਿਹੜਾ ਹੈ ਆਪਣੇ ਕੋਲ ਦੂਸਰਾ ਗ੍ਰਾਫ ਜਿਹੜਾ ਹੈ ਆਪਣੇ ਕੋਲ ਐਕਸ ਪਲਸ 2 ਵਾਲਾ, ਇੱਕ ਆਪਣੇ ਕੋਲ ਆ ਗ੍ਰਾਫ ਬਣ ਗਿਆ। ਦੋ ਆਪਣੇ ਕੋਲ ਡਿਫਰੈਂਟ ਗ੍ਰਾਫ ਬਣਦੇ ਨੇ। ਕਲੀਅਰ? ਹੁਣ ਜਿਹੜੇ ਦੋ ਗ੍ਰਾਫ ਆਪਣੇ ਕੋਲ ਬਣ ਰਹੇ ਨੇ ਦੋਨਾਂ ਵਿੱਚ ਇੱਕ ਸਮੱਸਿਆ ਆ ਰਹੀ ਹੈ ਕਿ ਜਿਹੜਾ ਆਪਣੇ ਕੋਲ ਆਹ ਵਾਲਾ ਪੁਆਇੰਟ ਹੈ ਜਦੋਂ x ਇਕੁਅਲ ਟੂ 0 ਹੈਗਾ ਉਦੋਂ ਆਪਣੇ ਕੋਲ ਫੰਕਸ਼ਨ ਵੈਲਿਊ ਜਿਹੜੀ ਹੈਗੀ ਹੈ ਉਹ ਐਗਜ਼ਿਸਟ ਨਹੀਂ ਕਰ ਰਹੀ। ਤੇ ਜੇ ਉਹ ਆਪਣੇ ਕੋਲ ਵੈਲਿਊ ਐਗਜ਼ਿਸਟ ਨਹੀਂ ਕਰ ਰਹੀ ਤਾਂ ਇਸ ਦਾ ਮਤਲਬ ਕੀ ਹੋਏਗਾ? ਫੰਕਸ਼ਨ ਨੋਟ ਕੰਟੀਨਿਊਸ, ਫੰਕਸ਼ਨ ਆਪਣੇ ਕੋਲ ਕੰਟੀਨਿਊਸ ਨਹੀਂ ਹੈ। ਕਲੀਅਰ? ਤਾਂ ਇਸ ਤਰ੍ਹਾਂ ਕੀ ਹੈ ਕਿ ਇਹਨਾਂ ਨੂੰ ਫੰਕਸ਼ਨ ਨੂੰ ਸਮਝਣ ਦੀ ਲੋੜ ਪੈਂਦੀ ਹੈ ਆਪਾਂ ਨੂੰ, ਤਾਂ ਹੀ ਇਹਨਾਂ ਦੇ ਕੰਸੈਪਟ ਜਿਹੜੇ ਹੈਗੇ ਨੇ ਉਹ ਆਪਣੇ ਕੋਲ ਕਲੀਅਰ ਹੁੰਦੇ ਨੇ। ਅਦਰਵਾਈਜ਼ ਕੀ ਹੈ ਕਿ ਆਪਾਂ ਨੂੰ ਫਿਰ ਜੇ ਕੰਸੈਪਟ ਕਲੀਅਰ ਨਹੀਂ ਹੈਗਾ ਤਾਂ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ। ਇੱਕ ਜਿਹੜਾ ਹੈ ਆਪਣੇ ਕੋਲ ਆ ਤਾਂ ਤੁਸੀਂ ਐਗਜ਼ਾਮਪਲ ਹੁਣ ਕਰ ਸਕਦੇ ਹੋ, ਕੋਈ ਦਿੱਕਤ ਨਹੀਂ ਹੈ। ਵੈਰੀ ਸਿੰਪਲ, ਦੋ ਫੰਕਸ਼ਨ ਹੈਗੇ ਨੇ, ਇੱਕ ਐਕਸ ਹੈਗਾ ਦੂਸਰਾ ਐਕਸ ਸਕੁਅਰ ਹੈਗਾ। ਐਕਸ ਸਕੁਅਰ ਵਾਲਾ ਆਪਣਾ ਆ ਗ੍ਰਾਫ ਬਣੂਗਾ, ਦੂਸਰਾ ਆਪਣਾ ਆ ਬਣੂਗਾ। ਤੇ ਇੱਥੇ ਦੇਖੋ ਹੁਣ ਜਿਹੜਾ ਪੁਆਇੰਟ ਹੈਗਾ ਜਿੱਥੇ ਜੁੜ ਰਹੇ ਨੇ ਇੱਥੇ ਦੋਨੋਂ ਫੰਕਸ਼ਨ ਜੁੜ ਰਹੇ ਨੇ। ਠੀਕ ਹੈ ਨਾ, ਤਾਂ ਕੋਈ ਬ੍ਰੇਕੇਜ ਨਹੀਂ ਹੈ। ਕਲੀਅਰ? ਤਾਂ ਇਸ ਕਰਕੇ ਆਪਣੇ ਕੋਲ ਫੰਕਸ਼ਨ ਜਿਹੜਾ ਹੈਗਾ ਉਹ ਕੰਟੀਨਿਊਸ ਬਣੇਗਾ। ਇੱਕ ਆਪਾਂ ਇੱਥੇ ਡਿਸਕਸ ਕਰਨਾ ਚਾਹਾਂਗੇ, ਜਿਹੜਾ ਜਦੋਂ ਕੋਈ ਪੋਲੀਨੋਮੀਅਲ ਆਉਂਦਾ ਹੈ, ਪੋਲੀਨੋਮੀਅਲ ਤੁਹਾਡੇ ਕੋਲ ਜਿਹੜਾ ਮਰਜ਼ੀ ਹੋਵੇ, ਪੋਲੀਨੋਮੀਅਲ ਹਮੇਸ਼ਾ ਆਪਣੇ ਕੋਲ ਕੰਟੀਨਿਊਸ ਫੰਕਸ਼ਨ ਹੋਏਗਾ। ਪੋਲੀਨੋਮੀਅਲ ਇਜ਼ ਆਲਵੇਜ਼ ਕੰਟੀਨਿਊਸ। ਉਸ ਦੀ ਡਿਗਰੀ ਪੁਆਇੰਟ ਜਿਹੜੀ ਮਰਜ਼ੀ ਹੋਵੇ ਉਹ ਕਦੇ ਵੀ ਬ੍ਰੇਕ ਨਹੀਂ ਹੋਏਗਾ। ਜਿਹੜਾ ਇੱਥੇ ਆਪਾਂ ਇੱਕ ਇਹ ਵਾਲੀ ਐਗਜ਼ਾਮਪਲ ਜਿਹੜੀ ਹੈਗੀ ਹੈ ਇਸ ਨੂੰ ਤੁਸੀਂ ਧਿਆਨ ਨਾਲ ਸਮਝਿਓ। ਅਕਸਰ ਇਹ ਜਿਹੜਾ ਹੈਗਾ ਨਾ ਇਹ ਕੰਸੈਪਟ ਬੱਚਿਆਂ ਨੂੰ ਕਲੀਅਰ ਨਹੀਂ ਹੁੰਦਾ, ਤਾਂ ਇਸ ਕਰਕੇ ਮੈਂ ਸਪੈਸ਼ਲ ਕਹਿ ਰਿਹਾ ਕਿ ਇਸ ਐਗਜ਼ਾਮਪਲ ਨੂੰ ਧਿਆਨ ਨਾਲ ਸਮਝੋਗੇ ਤਾਂ ਸਮਝ ਆਊਗਾ। ਐਫ ਐਕਸ ਇਜ਼ ਇਕੁਅਲ ਟੂ ਆਪਾਂ ਨੂੰ ਦੇਤਾ ਗ੍ਰੇਟੈਸਟ ਇੰਟੀਜਰ। ਠੀਕ ਹੈ ਨਾ, ਹੁਣ ਗ੍ਰੇਟੈਸਟ ਇੰਟੀਜਰ ਹੁੰਦਾ ਕੀ ਹੈ ਪਹਿਲਾਂ ਤਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ। ਵੈਸੇ ਮੈਂ ਜਿਹੜਾ ਫੰਕਸ਼ਨ ਵਾਲਾ ਚੈਪਟਰ ਹੈਗਾ, ਜੇ ਤੁਸੀਂ ਫੰਕਸ਼ਨ ਵਾਲਾ ਟੌਪਿਕ ਨਹੀਂ ਦੇਖਿਆ ਤਾਂ ਉਹ ਕੀ ਹੈ ਕਿ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਆਰਾਮ ਨਾਲ ਤੁਸੀਂ ਉੱਥੇ ਦੇਖ ਸਕਦੇ ਹੋ। ਪੂਰਾ ਚੈਪਟਰ ਜਿਹੜਾ ਹੈ ਉਹ ਉੱਥੇ ਅਪਲੋਡ ਕੀਤਾ ਹੋਇਆ। ਇੱਕ ਵਾਰੀ ਮੈਂ ਤੁਹਾਨੂੰ ਥੋੜ੍ਹਾ ਜਿਹਾ ਦਿਖਾ ਵੀ ਦੇਣਾ, ਜਿਵੇਂ ਕਿ ਇਹ ਮੇਰੇ ਕੋਲ ਆ ਗਿਆ, ਦਿਸ ਇਜ਼ YouTube। ਇੱਕ ਵਾਰੀ ਥੋੜ੍ਹਾ ਜਿਹਾ ਮੈਂ ਤੁਹਾਨੂੰ ਦਿਖਾ ਦੇਣਾ ਤਾਂ ਜੋ ਤੁਹਾਨੂੰ ਕੋਈ ਦਿੱਕਤ ਨਾ ਆਵੇ ਵੀ ਤੁਹਾਡੇ ਆਹ ਲੈਕਚਰ ਕਿੱਥੇ ਅਪਲੋਡ ਹੋ ਰਹੇ ਨੇ। ਤੁਹਾਨੂੰ ਪਤਾ ਤਾਂ ਹੋਣਾ ਚਾਹੀਦਾ ਨਾ। ਤੁਸੀਂ ਇੱਥੇ YouTube ਦੇ ਉੱਪਰ ਜਾ ਕੇ ਕਰਨਾ ਕੀ ਹੈ, YouTube ਇੱਥੇ ਤੁਸੀਂ ਸਰਚ ਕਰਨਾ ਹੈ ਪੰਜਾਬੀ ਬੇਸਿਕ ਮੈਥਮੈਟਿਕਸ। ਓਕੇ, ਤੇ ਜਦੋਂ ਆਪਾਂ ਸਰਚ ਕਰਾਂਗੇ ਤਾਂ ਆਪਣੇ ਕੋਲ ਕੁਛ ਨਾ ਕੁਛ ਆਏਗਾ। ਪੰਜਾਬੀ ਬੇਸਿਕ ਮੈਥਮੈਟਿਕਸ ਕਿਉਂ ਨਹੀਂ ਆਇਆ? ਚਲੋ ਇਧਰ ਪਾਸੇ ਦੇਖੋ ਤੁਸੀਂ, 1 ਮਿੰਟ, ਸਿਰਫ 1 ਮਿੰਟ, ਕਿਉਂਕਿ ਬ੍ਰੋਸ਼ਰ ਤੇ ਡਿਪੈਂਡ ਕਰਦਾ ਨਾ।
कई बार वो सर्च नहीं करता। तो इधर आप चेक कर लें बेसिक पंजाबी बेसिक मैथमेटिक्स। ओके चलो कोई गल नहीं, मैं तुहानूं इसका लिंक प्रोवाइड कर देना। दिस इज़ द चैनल तुसीं देख रहे हो है ना, ये चैनल है। तो जो तुसीं इस चैनल के उपर जाओगे मैं इसका लिंक जिहड़ा है इस वीडियो में पा दूँगा। तो इत्थे की है कि अपने कोल प्लेलिस्ट बनिया हुई ने, जो तुसीं प्लेलिस्ट दे विच जाओगे तो आप अपने कोल रिलेशन एंड फंक्शन, तो रिलेशन एंड फंक्शन वाला जिहड़ा चैप्टर है उस विच पूरा चैप्टर कार्टेशियन प्रोडक्ट की होंदी है, रिलेशन की होंदा, फंक्शन की होंदा, टाइप्स की होंदियां ने, फंक्शन दी सारियां टाइप्स इत्थे मैंशन कीती हुई ने। ते तुहानूं सारियां नूं एक बारी ये ट्यूटोरियल जरूर देखना चाहिए। वो इस करके क्योंकि जिन्ना भी तुसीं कंटिन्यूटी एंड डिफरेंशिएबिलिटी स्टडी करोगे फंक्शन तो बगैर तुहानूं समस्या आएगी। तो इत्थे तुहानूं ये 6 ट्यूटोरियल में दिते ने, फंक्शन कितने प्रकार के होंदे ने वो भी इत्थे विच पाए हुए ने, ठीक है ना। तो इस करके फंक्शन नूं तुसीं एक बारी स्टडी कर लेंदे हो तो बहुत ही ज़्यादा डिटेल दे विच इत्थे आ टॉपिक में क्लीयर करवाया है, ठीक है ना, तो जो तुहानूं किसी प्रकार की कोई दिक्कत ना आवे। तो आपां गल करी सीगी हुण ग्रेटेस्ट इंटीजर। ओके तो ग्रेटेस्ट इंटीजर दे विच की है अपने कोल आ भी उत्थे जिहड़ा मैं प्लेलिस्ट दिखाया उहदे विच ग्रेटेस्ट इंटीजर कंप्लीट एक्सप्लेन किया होया है। जदों अपने कोल 1 लैस दैन एंड इक्वल टू x लैस दैन 2 होएगा, उस केस विच जिहड़ा ग्रेटेस्ट इंटीजर की वैल्यू होएगी वो अपने कोल 1 होएगी। जिहड़ा लैफ्ट साइड दे विच जिहड़ा पहला इंटीजर आंदा है वो वैल्यू अपने कोल बनूगी। क्लीयर, तो ये अपने कोल होंदा है। हुण इस दे विच की है अपने कोल आपां इस दी लिमिट चेक करनी है। आप चेक करना है कि ये अपने कोल फाइंड ऑल द पॉइंट्स ऑफ डिसकॉन्टिन्यूटी ऑफ द ग्रेटेस्ट इंटीजर। तो जिहड़े पॉइंटां दे उपर ये डिसकॉन्टिन्यूटी है वो आप चेक करना है। क्लीयर, तो इसके कि 2 पार्ट बनते हैं। एक तो वो पार्ट बनता है जदों अपने कोल जिहड़ा पॉइंट है वो अपने कोल इंटीजर नहीं है, तो एक दूसरा पार्ट वो बनता है जदों इंटीजर है। तो फर्स्ट पार्ट विच की है कि सी बी ए रियल नंबर विच इज़ नॉट इक्वल टू एनी इंटीजर, वो अपने को इंटीजर नहीं है, कोई फिक्स नंबर है, ठीक है ना। जिमें अपने को हो गया 2.1 हो गया, 2.3 हो गया, कोई भी आ गया अपने को, ठीक है ना। 2.1 है तो भी इसका जो ग्रेटेस्ट इंटीजर हो कितना आएगा अपने को 2 आएगा, ठीक है ना, एंड सो ऑन। तो उस केस दे विच की है अपने को लिमिट x अप्रोच टू c of fx will be equal to limit x approach to c of greatest integer and is equal to c। तो जी फंक्शन वैल्यू हैगी वो भी आप सीधा डायरेक्ट c पुट कर देंगे, ठीक है ना। जो लिमिटिंग वैल्यू लोगे 2.1 ਨੂੰ ਅਪਰੋਚ ਕਰਦਾ ਪਿਆ ਤਾਂ ਵੀ ਆਪਣੇ ਕੋਲ ਉਹ 2 ਬਣੇਗਾ, ਤੇ ਜੇ ਤੁਸੀਂ ਫੰਕਸ਼ਨ ਦੀ ਵੈਲਿਊ ਸਿੱਧੀ ਡਾਇਰੈਕਟ ਪੁੱਟ ਕਰੋਗੇ ਤਾਂ ਵੀ ਤੁਹਾਡੇ ਕੋਲ ਉਹ 2 ਆਏਗਾ। ਦੋਨੋਂ ਹੀ ਕੇਸ ਦੇ ਵਿੱਚ ਜੇ ਤੁਸੀਂ ਇਸ ਦੀ ਲਿਮਿਟ ਲੈਂਦੇ ਹੋ ਕਿ x ਜਿਹੜਾ ਹੈ ਉਹ ਆਪਣੇ ਕੋਲ 2.1 ਨੂੰ ਅਪਰੋਚ ਕਰਦਾ ਹੈ, ठीक है ना, तो भी अपने कोल की है 2.1 आप पुट किया अपने कोल 2 ही बनेगा। फंक्शन वैल्यू भी इन्नी बनती है अपने कोल, तो इस करके जिहड़ा है अपने कोल जो नॉन इंटीजर है उस केस दे फंक्शन जिहड़ा है वो अपने कोल इक्वल होएगा तो कॉन्टिन्यूस बनेगा। उस जदों अपने कोल केस नंबर 2 इंटीजर आ गया उदों समस्या आएगी। हुण इंटीजर की है कि सपोज आप पॉइंट ले लिया, सपोज दैट we have कोई पॉइंट है x इज इक्वल टू 1, ठीक है, तो एफ एक्स इज इक्वल टू कितना है अपने कोल। हुण की है कि जदों इत्थे x आ गया इंटीजर तो x जिहड़ा है वो अप्रोच करता है 1 नूं, ते 1 नूं अप्रोच करता है तो वो लैफ्ट साइड तो भी आ सकता है, राइट साइड में भी आ सकता है। तो इनकी दोनों लिमिट आप कट के देखिए की बनता अपने को। जदों आप लेने हाँ लिमिट x अप्रोचेस टू 1 फ्रॉम लैफ्ट साइड एफ एक्स,
इज इक्वल टू की हो जाएगा लिमिट x अप्रोचेस टू 1 ग्रेटेस्ट इंटीजर x इज इक्वल टू कितना हो गया ਹੁਣ x ਜਿਹੜਾ ਹੈ ਸਿੰਪਲ ਜੀ ਗੱਲ ਹੈ ਕਿ x ਜਿਹੜਾ ਹੈ ਨਾ ਉਹ 1 ਤੋਂ ਗ੍ਰੇਟਰ ਹੈਗਾ ਜਾਂ x 1 ਤੋਂ x ਜਿਹੜਾ ਹੈ ਉਹ 1 ਤੋਂ ਛੋਟਾ ਹੈਗਾ ਜੇ x 1 ਤੋਂ ਛੋਟਾ ਹੈਗਾ ਉਸ ਕੇਸ ਦੇ ਵਿੱਚ ਇਸ ਦਾ ਜਿਹੜੇ ਗ੍ਰੇਟੈਸਟ ਇੰਟੀਜਰ ਦੀ ਜਿਹੜੀ ਵੈਲਿਊ ਆਉਂਦੀ ਹੈ ਉਹ ਆਪਣੇ ਕੋਲ ਕਿੰਨੀ ਬਣੂਗੀ ਵੀ ਨੀਡ ਟੂ ਚੈੱਕ ਇਟ ਹੁਣ x ਜਿਹੜਾ ਹੈ ਉਹ 1 ਤੋਂ ਛੋਟਾ ਹੋ ਗਿਆ ਮਤਲਬ 0 ਲੈਸ ਦੈਨ ਐਂਡ ਇਕੁਅਲ ਟੂ x ਲੈਸ ਦੈਨ 1 ਆ ਹੈਗਾ ਤੇ ਇਸ ਕੇਸ ਦੇ ਵਿੱਚ ਗ੍ਰੇਟੈਸਟ ਇੰਟੀਜਰ ਦੀ ਵੈਲਿਊ ਕਿੰਨੀ ਹੁੰਦੀ ਹੈ 0 ਹੁੰਦੀ ਹੈ ਇਸ ਕਰਕੇ ਇਹ ਆਪਣੇ ਕੋਲ ਇਕੁਅਲ ਟੂ 0 ਬਣ ਜਾਏਗਾ ਹੁਣ ਜੇ ਆਪਣੇ ਕੋਲ x ਅਪਰੋਚ ਕਰਦਾ ਹੈ ਫਰੋਮ ਰਾਈਟ ਸਾਈਡ ਤਾਂ ਉਸ ਕੇਸ ਵਿੱਚ ਕੀ ਬਣੇਗਾ ਲਿਮਿਟ x approaches to 1 from right side fx is equal to ਕੀ ਹੋ ਜਾਊਗਾ limit x approaches to 1 greatest integer of x ਹੁਣ ਇੱਥੇ ਕੀ ਹੈ ਕਿ x ਜਿਹੜਾ ਹੈ ਜਦੋਂ ਰਾਈਟ ਸਾਈਡ ਤੋਂ ਅਪਰੋਚ ਕਰਦਾ ਹੈ x 1 ਤੋਂ ਗ੍ਰੇਟਰ ਬਣ ਜਾਂਦਾ ਹੈ x is greater than 1 ਲੇਕਿਨ ਉਹ 1 ਨੂੰ ਅਪਰੋਚ ਕਰ ਰਿਹਾ ਹੈ ਉਹ ਇੱਧਰ ਆ ਰਿਹਾ ਹੈ ਠੀਕ ਹੈ ਇਸ ਦੇ ਵੈਰੀ ਕਲੋਜ਼ ਆ ਜਾਏਗਾ ਤਾਂ ਜਿੰਨਾ ਕਲੋਜ਼ ਹੋਏਗਾ ਤਾਂ ਉਹ ਕੀ ਹੈ ਕਿ ਉਹ ਆ ਇੰਟੀਜਰ ਬਣਦਾ ਹੈ ਤਾਂ ਉਸ ਕੇਸ ਦੇ ਵਿੱਚ ਇਸ ਦੀ ਜਿਹੜੀ ਵੈਲਿਊ ਹੈਗੀ ਹੈ ਉਹ ਆਪਣੇ ਕੋਲ 1 ਬਣੂਗੀ ਤੇ ਜਦੋਂ ਤੁਸੀਂ ਲੈਫਟ ਲਿਮਿਟ ਲੈਂਦੇ ਹੋ ਮਤਲਬ x ਜਿਹੜਾ ਹੈ ਉਹ ਇਧਰੋਂ ਅਪਰੋਚ ਕਰਦਾ ਪਿਆ 1 ਨੂੰ ਬਟ ਉਹ 1 ਦੇ ਇਕੁਅਲ ਨਹੀਂ ਹੈਗਾ ਉਸ ਕੇਸ ਦੇ ਵਿੱਚ ਕੀ ਹੈ ਕਿ ਉਸ ਦਾ ਜਿਹੜਾ ਵੈਲਿਊ ਹੋਏਗਾ ਗ੍ਰੇਟੈਸਟ ਇੰਟੀਜਰ ਆਫ 1 ਦਾ ਉਹ ਆਪਣੇ ਕੋਲ 0 ਬਣ ਜਾਏਗਾ ਤਾਂ ਤੁਸੀਂ ਹੁਣ ਇੱਥੇ ਦੇਖ ਪਾ ਰਹੇ ਹੋ ਕਿ ਗ੍ਰੇਟੈਸਟ ਇੰਟੀਜਰ ਦੇ ਜਦੋਂ ਆਪਾਂ ਲੈਫਟ ਲਿਮਿਟ ਲੈਂਦੇ ਹਾਂ ਤਾਂ ਉਹ 0 ਬਣਦਾ ਹੈ ਤੇ ਰਾਈਟ ਲਿਮਿਟ ਲੈਂਦੇ ਹਾਂ ਉਹ ਆਪਣੇ ਕੋਲ 1 ਬਣਦਾ ਹੈ ਇਸ ਕਰਕੇ ਲਿਮਿਟ x ਅਪਰੋਚਸ ਟੂ 1 fx ਉਹ ਆਪਣੇ ਕੋਲ ਲਿਮਿਟ x ਅਪਰੋਚਸ ਟੂ 1 fx ਦੇ ਇਕੁਅਲ ਨਹੀਂ ਹੈ ਇਸ ਕਰਕੇ ਇਹ ਆਪਣੇ ਕੋਲ ਜਦੋਂ ਇੰਟੀਜਰ ਆਏਗਾ ਉਸ ਕੇਸ ਦੇ ਵਿੱਚ ਇਹ ਆਪਣੇ ਕੋਲ ਕੰਟੀਨਿਊਅਸ ਨਹੀਂ ਬਣੇਗਾ ਓਕੇ ਤਾਂ ਇੱਥੇ ਤੁਸੀਂ ਦੇਖੋ ਕਿ ਇਹਨਾਂ ਨੇ ਕਿੰਨਾ ਵਧੀਆ ਐਕਸਪਲੇਨ ਕੀਤਾ ਹੈ c ਜਿਹੜਾ ਹੈ ਨਾ ਹੁਣ ਮੈਂ ਉੱਥੇ ਕੀ ਕੀਤਾ ਸੀਗਾ ਮੈਂ 1 ਲਿੱਤਾ ਸੀਗਾ ਹੁਣ c ਦੀ ਵੈਲਿਊ 1 ਵੀ ਹੋ ਸਕਦੀ ਹੈ 2 ਹੋ ਸਕਦਾ ਹੈ 4 ਹੋ ਸਕਦਾ ਹੈ ਜਿਹੜਾ ਮਰਜ਼ੀ ਹੋਵੇ -2 ਹੋਵੇ -3 ਹੋਵੇ ਕਲੀਅਰ ਤਾਂ ਇਹਨਾਂ ਨੇ ਇਹ ਜਿਹੜਾ ਹੈਗਾ ਇਸ ਕੁਐਸਚਨ ਨੂੰ ਜਨਰਲਾਈਜ਼ਡ ਫਾਰਮ ਦੇ ਵਿੱਚ ਇੱਥੇ ਪ੍ਰੈਜ਼ੈਂਟ ਕੀਤਾ ਹੈ c is any integer we can find a sufficiently small real number r greater than 0 such that c minus r will be equal to c minus 1 ਜਦੋਂ ਆਪਾਂ c ਦੇ ਵਿੱਚੋਂ r ਜਿਹੜਾ ਹੈ ਨਾ ਉਹ ਕੋਈ ਸਮਾਲ ਜਿਹਾ ਨੰਬਰ ਹੈਗਾ ਆਪਣੇ ਕੋਲ ਛੋਟਾ ਜਿਹਾ ਨੰਬਰ ਹੈਗਾ ਤੇ c ਦੇ ਵਿੱਚੋਂ ਕੁਝ ਵੀ ਨੰਬਰ ਆਪਾਂ ਮਾਈਨਸ ਕਰਾਂਗੇ ਤਾਂ ਉਸ ਦੀ ਵੈਲਿਊ ਜਿਹੜੀ ਹੈਗੀ ਹੈ ਆਪੋ c minus 1 ਬਣ ਜਾਂਦੀ ਹੈ ਠੀਕ ਹੈ ਨਾ ਜਿਵੇਂ 2 ਹੈਗਾ 2 ਦੇ ਵਿੱਚੋਂ ਤੁਸੀਂ 0.1 ਵੀ ਮਾਈਨਸ ਕੀਤਾ ਤਾਂ 0 ਬਣ ਜਾਊਗਾ ਠੀਕ ਹੈ ਨਾ ਤੇ ਜੇ ਆਪਾਂ ਉਹਦੇ ਵਿੱਚ ਐਡ ਕਰ ਦਈਏ ਤਾਂ ਉਹ ਆਪਾਂ ਨੂੰ ਉਹਨਾਂ ਦਾ ਨਹੀਂ ਰਹੂਗਾ ਜੇ c plus r ਕਰੋਗੇ ਤਾਂ c ਰਹੇਗਾ ਤਾਂ ਇੱਥੇ ਜਦੋਂ ਆਪਾਂ ਲਿਮਿਟ ਅਪਲਾਈ ਕੀਤੀ ਲਿਮਿਟ x ਅਪਰੋਚ ਟੂ c ਫਰੋਮ ਲੈਫਟ ਸਾਈਡ ਤਾਂ c minus 1 ਬਣ ਗਿਆ ਤੇ ਜਦੋਂ ਤੁਸੀਂ ਰਾਈਟ ਲਿਮਿਟ ਲਓਗੇ ਤਾਂ ਉਹ ਆਪਣਾ c ਦੇ ਇਕੁਅਲ ਹੀ ਹੈਗਾ ਤਾਂ ਬਟ ਦੋਨੋਂ ਲਿਮਿਟਸ ਆਪਣੇ ਕੋਲ ਇਕੁਅਲ ਨਹੀਂ ਹੈਗੀਆਂ ਇਸ ਕਰਕੇ ਇਹ ਫੰਕਸ਼ਨ ਆਪਣੇ ਕੋਲ ਕੰਟੀਨਿਊਅਸ ਨਹੀਂ ਹੈ So, dear student, I want to let you know that in this session, we discuss some examples and these examples are very important to understand, to discuss, क्योंकि ਇਹ examples ਜਿਹੜੇ ਹੈਗੇ ਨੇ ਇਹ ਸਿੰਪਲ ਅਸੀਂ ਦਾ ਡਾਇਰੈਕਟਲੀ ਆਪਾਂ ਵੈਲਿਊ ਲੈਤੀ ਤੇ ਆਪਾਂ ਪੁੱਟ ਕਰਤਾ ਬਟ ਫੰਕਸ਼ਨ ਦੇ ਪਿੱਛੇ ਜਿਹੜਾ ਜੋ ਕਨਸੈਪਟ ਹੁੰਦਾ ਹੈ ਜਿਸ ਨੂੰ ਆਪਾਂ ਇੰਪਲੀਮੈਂਟ ਕਰਨਾ ਹੁੰਦਾ ਹੈ ਉਹਨੂੰ ਸਮਝਣ ਤੋਂ ਬਗੈਰ ਆਪਾਂ ਇਸ ਪ੍ਰਕਾਰ ਦੇ ਜਿਹੜੇ ਕੁਐਸਚਨਸ ਐਗਜ਼ਾਮ ਦੇ ਵਿੱਚ ਜਿਹੜੇ ਆਉਂਦੇ ਨੇ ਖਾਸ ਤੌਰ ਤੇ ਗ੍ਰੇਟੈਸਟ ਇੰਟੀਜਰ ਵਾਲਾ ਹੋ ਗਿਆ ਜਾਂ ਮੋਡਲਸ ਵਾਲੇ ਹੋ ਗਏ ਹੈ ਨਾ ਤਾਂ ਇਸ ਪ੍ਰਕਾਰ ਦੇ ਕੁਐਸਚਨ ਜਿਹੜੇ ਹੈਗੇ ਨੇ ਹਮੇਸ਼ਾ ਕੀ ਹੈ ਕਿ ਮੋਸਟ ਆਫ ਦਾ ਸਟੂਡੈਂਟ ਕੀ ਹੈ ਗਲਤ ਕਰ ਦਿੰਦੇ ਨੇ ਤਾਂ ਸਿੰਪਲ ਜਿਹਾ ਤਰੀਕਾ ਇਹ ਹੈ ਕਿ ਤੁਹਾਨੂੰ ਪਹਿਲਾਂ ਫੰਕਸ਼ਨ ਦੀ ਪੂਰੀ ਨੌਲੇਜ ਹੋਣੀ ਚਾਹੀਦੀ ਹੈ ਤੁਹਾਨੂੰ ਫੰਕਸ਼ਨ ਦਾ ਕਨਸੈਪਟ ਜਿਹੜਾ ਹੈ ਉਹ ਕਲੀਅਰ ਹੋਣਾ ਚਾਹੀਦਾ ਹੈ ਓਨਲੀ ਦੈਨ ਯੂ ਕੈਨ ਡੂ ਦਿਸ ਟਾਈਪ ਆਫ ਕੁਐਸਚਨਸ So thank you very much to see this tutorial till the end.